ਆਇਆ ਤੇ ਮੈਂ ਕੈਨੇਡਾ ਦੇ ਵਿੱਚ ਘੁੰਮਣ ਸੀਗਾ, ਪਰ ਬਹੁਤ ਸਾਰੀਆਂ ਫੋਨਸ ਕਾਲ, ਬਹੁਤ ਸਾਰੇ ਮੈਸੇजेस, ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਫੋਨ, ਬਹੁਤ ਸਾਰੀ ਅਪਰੋਚ ਜਿਹੜੀ ਆਈ ਕਿ ਪੰਜਾਬ ਦੇ ਵਿੱਚ ਇੱਕ ਬਹੁਤ ਗੰਭੀਰ ਮਸਲਾ ਚੱਲ ਰਿਹਾ ਕਿ ਇੱਕ ਐਮਐਲਏ ਵੱਲੋਂ ਇੱਕ ਐਨਆਰਆਈ ਦੀ ਕੋਠੀ ਦੇ ਉੱਤੇ ਕਬਜ਼ਾ ਕੀਤਾ ਗਿਆ। ਸੋ ਮੇਰੇ ਕੋਲੋਂ ਜਿੱਥੇ ਵੀ ਕਿਤੇ ਕੁਝ ਗਲਤ ਹੁੰਦਾ ਜਾਂ ਜਿੱਥੇ ਕਿਤੇ ਵੀ ਲੋਕਾਂ ਨੂੰ ਲੋੜ ਮਹਿਸੂਸ ਹੁੰਦੀ ਹੈ, ਕਦੀ ਮੈਂ ਮੂੰਹ ਵਿਖਾ ਕੇ ਭੱਜਾ ਨਹੀਂ। ਮੇਰੀ ਜ਼ਿੰਦਗੀ ਦਾ ਇਹ ਮਕਸਦ ਨਹੀਂ ਹੈ ਕਿ ਨਹਾ ਲਿਆ, ਸੌਂ ਲਿਆ, ਖਾ ਲਿਆ, ਕੱਪੜੇ ਪਾ ਲਏ, ਸਾਹ ਲੈ ਲਏ ਤੇ ਇਹਦੇ 'ਚ ਹੀ ਜ਼ਿੰਦਗੀ ਹੈ। ਹਾਂ, ਜ਼ਰੂਰ ਉੱਥੇ ਕੋਸ਼ਿਸ਼ ਕਰਦਾ ਵੀ ਕਿਸੇ ਨਾ ਕਿਸੇ ਦਾ ਫਾਇਦਾ ਜ਼ਰੂਰ ਹੋਵੇ। ਜੇ ਫਾਇਦਾ ਨਹੀਂ ਤੇ ਮੇਰੇ ਗੱਲ ਕਰਨ ਦੇ ਨਾਲ ਕਿਸੇ ਦਾ ਨੁਕਸਾਨ ਵੀ ਨਾ ਹੋਵੇ। ਮੈਂ ਜਿਹੜੀਆਂ ਇਹ ਦੋ ਲੈਣਾ ਕਹਿ ਕੇ ਆਪਣੀ ਗੱਲ ਸ਼ੁਰੂ ਕਰਨ ਲੱਗਾ, ਜਿਹੜਾ ਕੋਠੀ ਵਾਲਾ ਪੰਜਾਬ 'ਚ ਮਸਲਾ ਚੱਲ ਰਿਹਾ, ਮੈਂ ਆਪਣੇ ਬਾਰੇ ਕਿਉਂ ਜ਼ਰੂਰਤ ਸਮਝੀ ਕਿ ਇੱਥੇ ਮੈਂ ਉਹਨਾਂ ਦੇ ਘਰ ਆਇਆ ਜਿਨ੍ਹਾਂ ਦੀ ਇਹ ਕੋਠੀ, ਇਹਨਾਂ ਦੇ ਮਿਸੇਜ ਤੇ ਇਹਨਾਂ ਦੇ ਮਾਤਾ ਜੀ ਜਿਹੜੇ ਬਜ਼ੁਰਗ ਨੇ ਉਹ ਪੰਜਾਬ 'ਚ ਫਿਰ ਰਹੇ ਨੇ। ਇਸ ਕਰਕੇ ਮੈਨੂੰ ਵੀ ਇਹ ਮਹਿਸੂਸ ਹੋਇਆ ਕਿ ਮੈਨੂੰ ਇਹ ਜਾ ਕੇ ਇਹਨਾਂ ਦੀ ਆਵਾਜ਼ ਜਿਹੜੀ ਉਹ ਬੁਲੰਦ ਕਰਨੀ ਚਾਹੀਦੀ ਹੈ ਕਿ ਗੁਲਾਮ ਫਰੀਦਾ ਇੱਥੇ ਸਭ ਮੁਸਾਫਰ ਨਹੀਂ। ਕੋਈ ਅੱਜ ਚੱਲਿਆ, ਕੋਈ ਕੱਲ੍ਹ ਚੱਲਿਆ, ਕੋਈ ਬਣ ਗਿਆ ਰੌਣਕ ਪੱਖੀਆਂ ਦੀ, ਕੋਈ ਛੋੜ ਕੇ ਸ਼ੀਸ਼ ਮਹੱਲ ਚੱਲਿਆ, ਕੋਈ ਪਲਿਆ ਨਾਜ ਤੇ ਨਖਰਿਆਂ ਵਿੱਚ, ਕੋਈ ਗਰਮ ਰੇਤ ਤੇ ਥਲ ਚੱਲਿਆ, ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਹੱਲ ਚੱਲਿਆ। ਗੁਲਾਮ ਫਰੀਦਾ ਇੱਥੇ ਸਭ ਮੁਸਾਫਰ, ਕੋਈ ਅੱਜ ਚੱਲਿਆ ਤੇ ਕੋਈ ਕੱਲ੍ਹ ਚੱਲਿਆ। ਸੋ ਮਕਸਦ ਜ਼ਿੰਦਗੀ ਦਾ ਇਹ ਹੋਣਾ ਚਾਹੀਦਾ ਕਿ ਤੁਸੀਂ ਕਿਸੇ ਦੇ ਨਾਲ ਜ਼ਿੰਦਗੀ ਦੇ ਵਿੱਚ ਮਾੜੇ ਸਮੇਂ 'ਚ ਜਾਂ ਮੁਸ਼ਕਲ ਦੇ ਵਿੱਚ ਖਲੋਵੋ। ਇਹ ਨਹੀਂ ਕਿ ਕਿਸੇ ਦੇ ਘਰ ਆਏ ਹੋ, ਮਤਲਬ ਘੁੰਮਣ ਫਿਰਨ ਆਏ ਹੋ, ਖਾ ਪੀ ਲਿਆ ਤੇ ਚਲੇ ਗਏ। ਅੱਜ ਮੈਂ ਇਹਨਾਂ ਨੂੰ ਕੱਲ ਆਪ ਫੋਨ ਕੀਤਾ, ਮੇਰੇ ਕਿਸੇ ਦੋਸਤ ਨੇ ਨੰਬਰ ਦਿੱਤਾ ਸੀਗਾ ਔਰ ਇਹਨਾਂ ਨੇ ਮੈਨੂੰ ਅੱਜ ਇੱਥੇ ਆਪਣੇ ਘਰ ਬੁਲਾਇਆ। ਔਰ ਮੈਂ ਸਾਰੇ ਪੰਜਾਬ ਵਾਲਿਆਂ ਨਾਲ, ਸਾਰੇ ਜਿੱਥੇ ਵੀ ਐਨਆਰਆਈ ਨੇ, ਜਿੱਥੇ ਵੀ ਇਹਨਾਂ ਦੇ ਹਮਦਰਦ ਲੋਕ ਨੇ ਜਿਹੜੇ ਐਨਆਰਆਈਜ਼ ਦੇ, ਉਹਨਾਂ ਨਾਲ ਸਾਰੀ ਗੱਲ ਇਹ ਸਾਂਝੀ ਕਰਨੀ ਚਾਹੁੰਦਾ ਕਿ ਇਹ ਮਸਲਾ ਸ਼ੁਰੂ ਕਿੱਥੋਂ ਹੋਇਆ। ਇਹ ਮਈ ਲਾਸਟ ਦੀ ਗੱਲ ਹੈ। ਇਹ ਸਾਰ ਪਰਮਜੀਤ ਸਿੰਘ ਢਾਲੀਵਾਲ ਨੇ, ਜਿਨ੍ਹਾਂ ਦੇ ਉੱਥੇ ਮਦਰ ਵੀ ਗਏ ਹੋਏ ਨੇ ਤੇ ਵਾਈਫ ਵੀ ਇਹਨਾਂ ਦੇ। ਇਹਨਾਂ ਦਾ ਇੱਕ ਦੋਸਤ ਆਸਟ੍ਰੇਲੀਆ ਦੇ ਵਿੱਚੋਂ ਇੰਡੀਆ ਜਿਹੜਾ ਉਹ ਘੁੰਮਣ ਗਿਆ, ਇਹਨਾਂ ਦੇ ਘਰ ਉਹਨੇ ਜਾ ਕੇ ਜਦੋਂ ਗੇੜਾ ਮਾਰਿਆ, ਇਹਨਾਂ ਨੂੰ ਮਿਲਣ ਗਿਆ ਜਾਂ ਇਹਨਾਂ ਦੇ ਮਾਤਾ ਜੀ ਦਾ ਹਾਲ ਚਾਲ ਪੁੱਛਣ ਗਿਆ, ਤਾਂ ਅੱਗੋਂ ਉਹਨੇ ਪੁੱਛਿਆ ਘਰ ਦੇ ਵਿੱਚ ਕਿ ਮਾਤਾ ਅਮਰਜੀਤ ਕੌਰ ਕਿੱਥੇ ਨੇ, ਤੇ ਅੱਗੋਂ ਕਹਿੰਦੇ ਜੀ ਇੱਥੇ ਅਮਰਜੀਤ ਕੌਰ ਨਹੀਂ, ਇੱਥੇ ਸਰਬਜੀਤ ਕੌਰ ਜਿਹੜੇ ਨੇ ਉਹ ਰਹਿੰਦੇ ਨੇ, ਉਹਨਾਂ ਦਾ ਘਰ ਹੈ। ਫਿਰ ਉਹਨੇ ਇਹਨਾਂ ਨੂੰ ਫੋਨ ਕੀਤਾ ਪਰਮਜੀਤ ਹੋਣਾ ਨੂੰ ਕਿ ਤੁਸੀਂ ਜਿਹੜਾ ਆਪਣਾ ਉਹ ਘਰ ਵੇਚ ਦਿੱਤਾ। ਇਹਨਾਂ ਕਿਹਾ ਜੀ ਅਸੀਂ ਬਿਲਕੁਲ ਨਹੀਂ ਵੇਚਿਆ। ਘਰ ਜਿਹੜਾ ਇਹਨਾਂ ਦਾ 2020 ਦੇ ਵਿੱਚ ਬੰਦ ਹੋ ਗਿਆ ਸੀਗਾ। ਬੰਦ ਇਸ ਕਰਕੇ ਕਿ ਉਦੋਂ ਕੋਵਿਡ, ਸਾਰੀ ਦੁਨੀਆ ਹੀ ਉਹਦੇ ਨਾਲ ਤਰਾਸਦੀ, ਉਸ ਦੇ ਵਿੱਚ ਸਾਰੇ ਉਸ ਪੀੜਾ ਦੇ ਵਿੱਚੋਂ ਨਿਕਲੇ ਆ। 2020 ਦੇ ਵਿੱਚ ਇਹਨਾਂ ਨੇ ਆਪਣੇ ਮਾਤਾ ਜੀ ਨੂੰ ਇੱਥੇ ਕੈਨੇਡਾ ਬੁਲਾ ਲਿਆ ਜੀ। ਇਹਨਾਂ ਦੇ ਮਾਤਾ ਜੀ ਕੈਨੇਡਾ ਆ ਗਏ ਔਰ 28 ਮਈ ਨੂੰ ਇਹਨਾਂ ਨੇ ਇਹਨਾਂ ਨੂੰ ਪਤਾ ਲੱਗਾ ਆਪਣੇ ਦੋਸਤ ਦੀ ਕਾਲ ਤੋਂ ਬਾਅਦ, ਔਰ ਇਹਨਾਂ ਦੀ ਵਾਈਫ ਜਿਹੜੀ ਹੈ, ਉਹਨਾਂ ਨੇ ਕਾਲ ਤੁਸੀਂ ਕੀਤੀ ਕਿ ਤੁਹਾਡੇ ਮੈਸੇਜ ਨੇ ਜੀ ਮਾਣੂਕੇ ਨੂੰ? ਇਹਨਾਂ ਨੇ ਕਾਲ ਕੀਤੀ, ਜਿਹੜੀ ਫਸਟ ਕਾਲ ਹੈ 28 ਮਈ ਨੂੰ, ਜਿਨ੍ਹਾਂ ਦਾ ਨਾਂ ਲੱਗਦਾ ਸੀਗਾ ਕਿ ਘਰ ਦੇ ਵਿੱਚ ਉਹਨਾਂ ਦੀ ਅੱਜ ਕੱਲ੍ਹ ਰਹਿਸ਼ ਹੈ, ਉਹਨਾਂ ਨੇ ਕਾਲ ਚੁੱਕੀ ਨਹੀਂ। ਸੈਕਿੰਡ ਕਾਲ ਜਿਹੜੀ ਇਹਨਾਂ ਨੇ ਕੀਤੀ ਆਪਣੇ ਸੰਧਵਾ ਸਾਹਿਬ ਜਿਹੜੇ ਸਾਡੇ ਵਿਧਾਨ ਸਭਾ ਦੇ ਸਪੀਕਰ ਨੇ, ਉਹਨਾਂ ਨੇ ਵੀ ਕੋਈ ਮੇਰੇ ਖਿਆਲ ਗੱਲ ਨਹੀਂ ਤੁਹਾਡੇ ਨਾਲ ਹੋਈ ਤੇ ਮੈਸੇਜ ਕੀਤਾ ਜੀ ਤੁਸੀਂ ਉਹਨਾਂ ਨੂੰ ਮੈਸੇਜ ਕੀਤਾ ਔਰ ਉਹਨਾਂ ਨੇ ਅੱਗੋਂ ਕਿਹਾ ਕਿ ਤੁਹਾਡੀ ਕੰਪਲੇਂਟ ਜਿਹੜੀ ਆ ਮੈਂ ਉਹ ਫਾਰਵਰਡ ਕਰ ਦਿੱਤੀ ਹੈ ਸੀਐਮ ਹਾਊਸ ਦੇ ਵਿੱਚ। ਤੀਜੀ ਕਾਲ ਇਹਨਾਂ ਨੇ ਕੀਤੀ ਸਾਰ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੇ ਓਐਸਡੀ ਨੇ, ਮਨਜੀਤ ਸਿੱਧੂ, ਉਹਨਾਂ ਨੇ ਇਹਨਾਂ ਨਾਲ ਗੱਲਬਾਤ ਕੀਤੀ, ਇਹਨਾਂ ਕੋਲੋਂ ਰਿਟਨ ਕੰਪਲੇਂਟ ਮੰਗੀ ਔਰ 7 ਮਈ ਨੂੰ ਜਿਹੜਾ ਮਨਜੀਤ ਸਿੰਘ ਓਐਸਡੀ ਨੇ ਉਹ ਇਹਨਾਂ ਨੂੰ ਮਿਲਦੇ ਨੇ ਔਰ ਉਹਨਾਂ ਨੇ ਥੋੜੀ ਦੂਰ ਜਾ ਕੇ ਸਾਰ ਭਗਵੰਤ ਸਿੰਘ ਮਾਨ ਨਾਲ ਗੱਲ ਕੀਤੀ ਔਰ ਇਹਨਾਂ ਨੂੰ ਆ ਕੇ ਦੱਸਿਆ ਕਿ ਤੁਹਾਡਾ ਜਿਹੜਾ ਸਾਰਾ ਮਸਲਾ ਉਹ ਮੈਂ ਮਾਨ ਸਾਹਿਬ ਦੇ ਨੋਟਿਸ ਦੇ ਵਿੱਚ ਲਿਆ ਦਿੱਤਾ। 7 ਜੂਨ ਨੂੰ ਇਹ ਕੰਪਲੇਂਟ ਜਿਹੜੀ ਰਿਟਨ ਦੇ ਵਿੱਚ ਦਿੰਦੇ ਨੇ, ਉਹ ਕੰਪਲੇਂਟ ਦੀ ਇੱਕ ਕਾਪੀ ਦਿੰਦੇ ਨੇ ਸੀਐਮ ਨੂੰ, ਡੀਜੀਪੀ ਨੂੰ, ਐਨਆਰਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ, ਰਾਘਵ ਚੱਡਾ ਜਿਹੜੇ ਪੰਜਾਬ ਦੇ ਇੰਚਾਰਜ ਨੇ ਉਹਨਾਂ ਨੂੰ, ਕੇਜਰੀਵਾਲ ਹੋਣਾ ਨੂੰ, ਸੰਦੀਪ ਪਾਠਕ ਜਿਹੜੇ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਪੂਰਾ ਦਖਲ ਹੈ, ਉਹਨਾਂ ਸਾਰਿਆਂ ਨੂੰ ਇੱਕ ਇੱਕ ਕਾਪੀ ਇਹਨਾਂ ਜਿਹੜੀ ਫਾਰਵਰਡ ਕੀਤੀ ਹੈ। ਔਰ ਉਹਦੇ ਵਿੱਚ ਜੋ ਤੱਥ ਮੇਰੇ ਸਾਹਮਣੇ ਆਏ ਤੇ ਜੋ ਇਹਨਾਂ ਦਿੱਤੇ ਕਿ 8 ਜੂਨ ਨੂੰ ਜਿਹੜੀ ਫਰਦ ਹੈ ਉਹ ਇਹਨਾਂ ਦੀ ਅਮਰਜੀਤ ਕੌਰ ਜਿਹੜੇ ਇਹਨਾਂ ਦੇ ਮਾਤਾ ਜੀ ਨੇ ਉਹਨਾਂ ਦੇ ਨਾਂ ਦੇ ਉੱਤੇ ਬੋਲਦੀ ਹੈ। 8 ਜੂਨ ਦੀ ਇਹਨਾਂ ਨੇ ਉਹ ਕਾਪੀ ਕਢਾਈ ਹੈ ਫਰਦ ਦੀ ਔਰ ਉਸ ਤੋਂ ਬਾਅਦ ਹੁਣ ਜਿਹੜੀ ਫਰਦ ਹੈ ਜਦੋਂ ਇਹ ਕੰਪਲੇਂਟ ਦੇ ਦਿੰਦੇ ਨੇ 8 ਜੂਨ ਤੱਕ ਇਹਨਾਂ ਦੇ ਨਾਂ ਤੇ ਹੈ ਔਰ ਉਸ ਤੋਂ ਬਾਅਦ ਜਿਹੜੀ ਫਰਦ ਹੈ ਉਹ ਕਰਮ ਸਿੰਘ ਸਿੱਧੂ ਦੇ ਨਾਂ ਦੇ ਉੱਤੇ ਜਿਹੜੀ ਉਹ ਚੜ ਜਾਂਦੀ ਹੈ। 2004 ਦੇ ਵਿੱਚ ਇਹਨਾਂ ਨੇ ਕੋਠੀ ਖਰੀਦੀ ਆ, ਇੱਥੇ ਬੈਠੇ ਨੇ ਕੈਨੇਡਾ। 2004 ਤੁਸੀਂ ਕਿਹੜੇ ਸੰਨ ਤੋਂ ਆਏ ਹੋ ਜੀ ਇੱਥੇ? 80-81 ਤੋਂ ਇੱਥੋਂ, ਮਤਲਬ ਵੀ ਇਹ ਸਦੀ ਦਾ ਇੱਕ ਤੀਜਾ ਹਿੱਸਾ ਹੀ ਹੋ ਗਿਆ ਜਦੋਂ ਦੇ ਇੱਥੇ ਬੈਠੇ ਨੇ। 2004 ਦੇ ਵਿੱਚ ਇਹ ਕੋਠੀ ਖਰੀਦੀ ਹੈ, ਮਾਤਾ ਜੀ ਇਹਨਾਂ ਦੇ ਉੱਥੇ ਰਹਿੰਦੇ ਸੀਗੇ।
2005 21 ਮਾਰਚ ਜਿਹੜੀ 2005 ਉਦੋਂ ਇੱਕ ਪਾਵਰ ਆਫ ਟਾਰਨੀ ਤਿਆਰ ਹੁੰਦੀ ਹੈ ਅਸ਼ੋਕ ਕੁਮਾਰ ਵੱਲੋਂ, ਔਰ ਉਹਦੇ ਵਿੱਚ ਜਿਹੜੇ ਸਿਗਨੇਚਰ ਨੇ ਜਿਵੇਂ ਇਹਨਾਂ ਨੇ ਦੱਸਿਆ ਕਿ ਫੇਕ ਸਿਗਨੇਚਰ ਜਿਹੜੇ ਅਮਰਜੀਤ ਕੌਰ ਦੇ, ਪਰਮਜੀਤ ਕੌਰ ਦੇ, ਔਰ ਉਹਦੀ ਰਿਪੋਰਟ ਤੱਕ ਆ ਚੁੱਕੀ ਹੈ। ਦੋ ਜਿਹੜੇ ਫੋਰੈਂਸਿਕ ਮਾਹਰ ਨੇ ਉਹਨਾਂ ਕੋਲੋਂ ਇਹਨਾਂ ਨੇ ਰਿਪੋਰਟ ਜਿਹੜੀ ਲਈ ਹੈ ਕਿ ਇਹ ਸਿਗਨੇਚਰ ਜਿਹੜੇ ਮੈਚ ਹੀ ਨਹੀਂ ਕਰਦੇ। 16 ਜੂਨ ਨੂੰ ਇਹਨਾਂ ਕੋਲੇ 2 ਰਿਪੋਰਟਾਂ ਜਿਹੜੀਆਂ ਆ ਗਈਆਂ ਨੇ, ਜਿਹਦੀ ਆ ਕਾਪੀ ਇਹਨਾਂ ਨੇ ਹੁਣ ਇੱਥੇ ਮੈਨੂੰ ਦਿੱਤੀ ਹੈ। ਇਹ ਪੰਜਾਬ ਵੀ ਭੇਜ ਦਿੱਤੀਆਂ ਨੇ ਜੀ, ਤੁਸੀਂ ਕਾਪੀਆਂ ਉੱਥੇ ਦਸਤਾਵੇਜ਼ ਹੈ ਜੀ, ਉਹਨਾਂ ਨੇ ਕਰਵਾਈਆਂ ਸੀ ਸਾਡੇ ਲਈ ਤੇ ਉਹਨਾਂ ਨੇ ਇਹਦੀ ਕੀਤੀ ਹੋਈ ਹੈ ਰਿਪੋਰਟ ਪੂਰੀ। ਉਹਦੇ ਅੱਗੇ ਵੇਖੋ, ਉਹਦੇ ਵਿੱਚ ਇੱਕ ਨੰਬਰਦਾਰ ਹੈ ਸ਼ਿਆਮ ਸਿੰਘ, ਉਹਦੇ ਸਾਈਨ ਵੀ ਇਹਦੇ ਵਿੱਚ ਮਿਸ ਮੈਚ ਜਿਹੜੇ ਨੇ, ਕਿਉਂਕਿ ਜਿਹੜੇ ਉਹਦੇ ਪੁਰਾਣੀਆਂ ਰਜਿਸਟਰੀਆਂ ਤੋਂ ਸਾਈਨ ਕੱਢੇ ਗਏ ਜਦੋਂ ਪਹਿਲਾਂ ਵੀ ਕਿਤੇ ਨੰਬਰਦਾਰੀ ਦੇ ਤੌਰ ਤੇ ਗਵਾਹੀ ਪਾਉਂਦਾ ਸੀਗਾ, ਉਹ ਵੀ ਸਾਈਨ ਜਿਹੜੇ ਇਹਨਾਂ ਸਾਈਨਾਂ ਦੇ ਨਾਲ ਸਿਗਨੇਚਰ ਮੈਚ ਨਹੀਂ ਕਰਦੇ। ਔਰ ਉਹਦੀ ਡੈਥ ਹੋ ਚੁੱਕੀ ਉਸ ਬੰਦੇ ਦੀ, ਜਿਹੜਾ ਬੰਦਾ ਖੜਾ ਕੀਤਾ ਗਿਆ ਪਾਵਰ ਆਫ ਟਾਰਨੀ ਲਈ। ਔਰ ਮਾਤਾ ਜੀ ਦੀ ਜਗ੍ਹਾ ਤੇ ਜਿਹੜੀ ਔਰਤ ਖੜੀ ਕੀਤੀ ਗਈ ਹੈ ਉਹਦੀ ਵੀ ਕਹਿੰਦੇ ਡੈਥ ਹੋ ਚੁੱਕੀ ਆ। ਵੀ ਸਭ ਜਿਉਂਦੀਆਂ ਜੀ ਜਗ੍ਹਾ ਦੇ ਉੱਤੇ ਮਰਿਆਂ ਬੰਦਿਆਂ ਨੂੰ ਤਿਆਰ ਕਰਕੇ ਉਹਨਾਂ ਦੇ ਪੇਪਰ ਲਾਏ ਗਏ। ਐਡੀ ਮਤਲਬ ਕੀ ਇਹ ਮਤਲਬ ਪੰਜਾਬ 'ਚ ਚੱਲ ਕੀ ਰਿਹਾ ਹੈ, ਸਾਰਾ ਸੋਚਣ ਵਿਚਾਰਨ ਦੀ ਲੋੜ ਹੈ। ਇੱਕ ਰਿਪੋਰਟ ਇਹਨਾਂ ਨੂੰ ਫਿਰੋਜ਼ਪੁਰ ਤੋਂ ਵੀ ਆ ਗਈ ਹੈ, ਸੰਜੀਵ ਸ਼ਰਮਾ ਨੇ ਜੀ ਫੋਰੈਂਸਿਕ ਜਿਹੜੇ, ਉਹਨਾਂ ਨੇ ਵੀ ਇਹ ਰਿਪੋਰਟ ਇਹਨਾਂ ਨੂੰ ਤਿਆਰ ਕਰਕੇ ਦਿੱਤੀ ਕਿ ਸਾਈਨ ਜਿਹੜੇ ਉਹ ਬਿਲਕੁਲ ਜਿਹੜੇ ਮਿਸਮੈਚ ਨੇ। ਔਰ ਪੁਲਿਸ ਜਦੋਂ ਇਹ ਪੁੱਛਦੇ ਨੇ, ਇਹਨਾਂ ਦੇ ਵਾਈਫ ਉੱਥੇ ਨੇ, ਇਹਨਾਂ ਦੇ ਮਾਤਾ ਜੀ ਉੱਥੇ ਨੇ, ਉਹ ਬਾਰ-ਬਾਰ ਜਿਹੜੇ ਉਹ ਪੁਲਿਸ ਦੇ ਗੇੜੇ ਮਾਰ ਰਹੇ ਨੇ। ਔਰ ਅੱਜ ਰਿਪੋਰਟ ਆਊਗੀ, ਕੱਲ ਜਿਹੜੀ ਰਿਪੋਰਟ ਆਊਗੀ ਮਾਲ ਮਹਿਕਮੇ ਕੋਲੋਂ। ਮੈਂ ਪੁੱਛਣਾ ਚਾਹੁੰਦਾ ਕਿ ਐਡਾ ਹਾਈ ਪ੍ਰੋਫਾਈਲ ਜਿਹੜਾ ਉਹ ਕੇਸ ਹੋਵੇ, ਜਿਹੜਾ ਸਾਰੇ ਪੰਜਾਬ ਦੇ ਵਿੱਚ ਤੁਹਾਡੀ ਥੂ ਕਰਾ ਰਿਹਾ ਹੋਵੇ। ਮੈਂ ਮਾਨ ਸਾਹਿਬ ਤੁਹਾਨੂੰ ਵੀ ਇੱਕ ਗੱਲ ਕਹਿਣੀ ਚਾਹੁੰਦਾ, ਮੈਂ ਹਰ ਜਗ੍ਹਾ ਦੇ ਉੱਤੇ ਕਹਿੰਦਾ ਕਿ ਤੁਸੀਂ ਇਮਾਨਦਾਰ ਹੋ, ਤੁਸੀਂ ਇਮਾਨਦਾਰੀ ਨਾਲ 1.25 ਸਾਲ ਜਿਹੜਾ ਪੰਜਾਬ ਦਾ ਹੰਢਾਇਆ, ਤੁਹਾਡੇ ਉੱਤੇ ਵੀ ਇੱਥੇ ਲਾਹਣਤਾਂ ਪੈ ਰਹੀਆਂ ਨੇ। ਮੈਂ ਇੱਥੇ ਫਿਰ ਰਿਹਾ ਔਰ ਜਗ੍ਹਾ ਜਗ੍ਹਾ ਦੇ ਉੱਤੇ ਇਹ ਮਸਲਾ ਜਿਹੜਾ ਵਿਚਾਰਿਆ ਜਾ ਰਿਹਾ। ਮੈਨੂੰ ਕਈ ਲੋਕਾਂ ਨੇ ਇੱਥੇ ਖਲੋ ਕੇ ਕਹਿ ਦਿੱਤਾ ਵੀ ਤੁਸੀਂ ਇਹਦੇ ਉੱਤੇ ਕਿਉਂ ਨਹੀਂ ਬੋਲਦੇ NRIs ਲਈ। 8 ਨੂੰ ਇਹਨਾਂ ਨੂੰ ਥਾਣੇ ਦੇ ਵਿੱਚ ਬੁਲਾਇਆ ਜਾਂਦਾ ਇਸ ਕੰਪਲੇਂਟ ਬੇਸ ਦੇ ਉੱਤੇ। ਉੱਥੇ ਬੈਠੇ ਹੁੰਦੇ ਨੇ SP ਪਰਮਾਰ ਤੇ DSP ਵਿਰਕ, ਉੱਥੇ ਮਾਣੂਕੇ ਮੈਡਮ ਦੇ ਹਸਬੈਂਡ ਆਉਂਦੇ ਨੇ। ਔਰ ਉਹਦੇ ਵਿੱਚ ਉੱਥੇ ਇਹਨਾਂ ਨਾਲ ਗੱਲਬਾਤ ਹੁੰਦੀ ਹੈ ਕਿ ਤੁਸੀਂ ਕੋਠੀ ਕਿੰਨੀ ਦੇਰ ਤੋਂ ਰਹਿ ਰਹੇ ਹੋ? ਕੀ ਕਹਿੰਦੇ ਜੀ 15 ਦਿਨ ਤੋਂ ਰਹਿ ਰਹੇ ਆ। 15 ਦਿਨ ਦਾ ਉੱਤੇ ਲਾਇਆ, ਕਹਿੰਦੇ 2 ਮਹੀਨੇ ਤੋਂ ਕਿਰਾਏ ਤੇ ਲਈ ਹੋਈ ਹੈ। 2 ਮਹੀਨੇ ਤੋਂ ਕਹਿੰਦੇ ਨੇ ਕਿਰਾਏ ਤੇ ਲਈ ਹੋਈ ਹੈ। ਤੇ ਕਿਰਾਏਨਾਮੇ ਦੇ ਵਿੱਚ ਮੇਰੇ ਖਿਆਲ 15 ਮਈ ਦਾ ਟਾਈਮ ਹੈ। 15 ਮਈ ਦੇ ਵਿੱਚ 15 ਦਿਨਾਂ ਚੋਂ ਕੋਠੀ ਤਿਆਰ ਵੀ ਕਿਵੇਂ ਹੋ ਗਈ, ਉਹ ਰੈਨੋਵੇਟ ਵੀ ਕਿਵੇਂ ਹੋ ਗਈ ਕਿ ਜਦੋਂ ਇੱਥੇ ਰਹਿ ਰਹੇ ਨੇ। ਸਾਰਾ ਕੁਝ ਇੱਕ ਸਾਜ਼ਿਸ਼ ਦਾ ਹਿੱਸਾ ਸੀਗਾ ਜਿਹਦੀ ਇਨਕੁਆਇਰੀ ਕਰਨੀ ਚਾਹੀਦੀ ਹੈ, ਨਾ ਕਿ ਲੋਕ ਖੱਜਲ ਹੋਣ। ਔਰ DSP ਵਿਰਕ ਹੈ ਜਿਹੜਾ ਉੱਥੇ, ਉਹ ਇਹਨਾਂ ਦੇ ਮੈਸੇਜ ਨੂੰ ਕਹਿੰਦਾ ਕਿ ਤੁਸੀਂ ਕੋਠੀ ਕਿਰਾਏ ਤੇ ਦੇ ਦਿਓ। ਹੁਣ ਉਸ DSP ਨੂੰ ਮੈਂ ਪੁੱਛਣਾ ਚਾਹੁੰਦਾ ਵੀ ਜੇ ਇਹ ਮਾਲਕ ਹੀ ਨਹੀਂ ਉਹ ਕੋਠੀ ਦੇ, ਤੁਸੀਂ ਇਹਨਾਂ ਨੂੰ ਮੰਨਦੇ ਹੀ ਨਹੀਂ ਇਹ ਮਾਲਕ ਨੇ, ਫਿਰ ਕਿਹੜੇ ਮਤਲਬ ਕਾਨੂੰਨ ਦੇ ਤਹਿਤ ਇਹਨਾਂ ਕੋਲੋਂ ਤੁਸੀਂ ਕੋਠੀ ਕਿਰਾਏ ਦੇ ਉੱਤੇ ਮੰਗ ਰਹੇ ਹੋ? ਫਿਰ ਅੱਗੋਂ ਇਹਨਾਂ ਨੂੰ ਮੈਸੇਜ ਦਿੱਤਾ ਜਾਂਦਾ ਕਿ ਵੇਚ ਦਿਓ। ਇੱਥੇ ਇੱਕ ਬੰਦਾ ਇਹਨਾਂ ਨੂੰ ਅਪਰੋਚ ਕਰਦਾ ਹੈ ਕਿ ਕੋਠੀ ਵੇਚ ਦਿਓ, ਤੁਸੀਂ, ਤੁਹਾਨੂੰ ਇੰਨੇ ਪੈਸੇ ਦੇ ਦਿੰਦੇ ਆ, ਜਿੰਨਾ ਮੁੱਲ ਹੈ ਉਸ ਤੋਂ ਵੱਧ ਦੇਣ ਨੂੰ ਤਿਆਰ ਹੋ ਗਏ ਕਿ ਮੈਡਮ ਦਾ ਜਿਹੜਾ ਅਕਸ ਹੈ ਉਹ ਕਿਤੇ ਸਾਫ਼ ਸੁਥਰਾ ਕਰ ਲਿਆ ਜਾਵੇ। ਅਕਸ ਇਸ ਤਰੀਕੇ ਸਾਫ਼ ਨਹੀਂ ਹੋਣਾ ਮੈਡਮ, ਤੁਸੀਂ ਵੀ ਸੁਣ ਲਓ ਮਾਣੂਕੇ ਜੀ। ਅਕਸ ਤੁਹਾਡਾ ਸਾਫ਼ ਤਾਂ ਹੋਣਾ ਸੀਗਾ ਤੁਸੀਂ ਇਹਨਾਂ ਦੀ ਖੁਦ ਰਖਵਾਲੀ ਕਰਦੇ। ਫਿਰ ਇਹਨਾਂ ਦੇ ਮੈਸੇਜ ਨੂੰ SP ਪਰਮਾਰ ਨੇ ਉੱਥੇ ਬੁਲਾਉਂਦੇ ਨੇ 9 ਤਰੀਕ ਨੂੰ ਜੀ, 9 ਜੂਨ ਨੂੰ। 6 ਵਜੇ ਤੱਕ ਉਹ ਇਹਨਾਂ ਨੂੰ ਮਿਲਦੇ ਹੀ ਨਹੀਂ। 6 ਵਜੇ ਉਹ ਇਹਨਾਂ ਨੂੰ ਕਾਲ ਕਰਦੇ ਨੇ ਸਾਰਾ ਦਿਨ ਬਹਿ ਕੇ। ਔਰ SP ਸਾਹਿਬ ਕਹਿੰਦੇ ਨੇ ਕਿ DSP ਵਿਰਕ ਨੂੰ ਮਿਲ ਲਓ। ਆਂਦੇ ਜੀ ਉੱਥੋਂ ਤੋਂ ਨਿਆਂ ਹੀ ਨਹੀਂ ਮਿਲ ਰਿਹਾ, ਉਹ ਤੇ ਕੋਠੀ ਕਿਰਾਏ ਤੇ ਮੰਗ ਰਹੇ ਨੇ। ਉਹਨਾਂ ਕੋਲੋਂ ਅਸੀਂ ਕੁਝ ਨਹੀਂ ਮਤਲਬ ਤੁਹਾਨੂੰ ਸਿੱਧੇ ਤੌਰ ਦੇ ਉੱਤੇ ਮਿਲਣਾ ਚਾਹੁੰਦੇ ਆ, SSP ਨੂੰ ਮਿਲਣਾ ਚਾਹੁੰਦੇ ਆ। ਇਹ ਗੁਰਮੀਤ ਸਿੰਘ ਖੁੱਡੀਆਂ ਮੰਤਰੀ ਨੂੰ ਮਿਲਦੇ ਨੇ, ਜਿਹੜੇ ਨਵੇਂ ਮੰਤਰੀ ਬਣੇ ਨੇ। ਉਹ ADGP ਕੋਲ ਤੋਰ ਦਿੰਦੇ ਨੇ, ADGP ਇਹਨਾਂ ਨੂੰ SSP ਕੋਲ ਤੋਰ ਦਿੰਦੇ ਨੇ, SSP ਅੱਗੋਂ ਇਹਨਾਂ ਨੂੰ SP ਪਰਮਾਰ ਕੋਲ ਤੋਰ ਦਿੰਦੇ ਨੇ। ਬਸ ਇਸੇ ਗੱਦੀ ਗੇੜ ਦੇ ਵਿੱਚ। ਸੋ ਇਹ ਮਸਲਾ ਸਭ ਤੋਂ ਪਹਿਲਾਂ ਖਹਿਰਾ ਸਾਹਿਬ ਨੇ ਚੁੱਕਿਆ ਜੀ। ਪਤਾ ਨਹੀਂ ਕਿੱਥੋਂ ਟਵੀਟ ਆਈ ਇਹ ਖਹਿਰਾ ਸਾਹਿਬ ਨੇ ਮੇਰੇ ਖਿਆਲ ਟਵੀਟ ਕੀਤਾ। ਔਰ ਮੇਰੀ ਸਰਕਾਰ ਨੂੰ ਇੱਕ ਅਪੀਲ ਹੈ ਕਿ ਖਹਿਰਾ ਸਾਹਿਬ ਦੇ ਨਾਲ ਤੁਹਾਡੀ ਸੁਖਪਾਲ ਖਹਿਰਾ ਨਾਲ ਜਿੰਨੀ ਮਰਜ਼ੀ ਲੱਗਦੀ ਹੋਵੇ, ਜੋ ਮਰਜ਼ੀ ਹੋਵੇ, ਜਿਹੜੀ ਗੱਲ ਫੈਕਟ ਦੇ ਉੱਤੇ ਕੋਈ ਬੰਦਾ ਚੁੱਕੇ ਉਹਦੇ ਉੱਤੇ ਵਿਚਾਰ ਜ਼ਰੂਰ ਕਰਨਾ ਚਾਹੀਦਾ। ਇਹ ਨਹੀਂ ਸੋਚ ਲੈਣਾ ਚਾਹੀਦਾ ਵੀ ਇਹ ਮਸਲਾ ਖਹਿਰੇ ਨੇ ਚੁੱਕਿਆ ਤੈਨੂੰ ਹੱਲ ਹੀ ਨਹੀਂ ਕਰਨਾ, ਉਹਦੇ ਅੱਗੇ ਆਪਾਂ ਅੜੀ ਕਰ ਲੈਣੀ ਆ। ਇਹਦੇ ਨਾਲ ਤੁਹਾਡੀ ਸਰਕਾਰ ਦਾ ਅਕਸ ਵੀ ਡਿੱਗ ਰਿਹਾ। ਇੱਥੇ ਤੱਕ ਇਹਨਾਂ ਨੂੰ ਅਪਰੋਚ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਮਤਲਬ ਇਹ ਟੱਬਰ ਤੋਂ ਅੱਡ ਹੋ ਕੇ ਬੈਠੇ ਨੇ। ਸਾਰਾ ਟੱਬਰ ਤੇ ਉੱਥੇ ਬਹਿ ਨਹੀਂ ਨਾ ਸਕਦਾ। ਇਹ ਇੱਥੇ ਕੰਮ ਕਰ ਦੇਖ ਰਹੇ ਨੇ, ਵਾਈਫ ਇਹਨਾਂ ਦੇ ਮਤਲਬ ਜਿਹੜੇ ਤੇ ਮਦਰ ਇਹਨਾਂ ਦੇ ਬਜ਼ੁਰਗ ਨੇ ਉੱਥੇ ਕੰਮ ਕਰ ਦੇਖ ਰਹੇ ਨੇ। ਹੁਣ ਜਿਹੜੀ ਮੈਂ ਮਾਣੂਕੇ ਦੀ ਪ੍ਰੈਸ ਕਾਨਫਰੰਸ ਸੁਣੀ, ਉਹ 2-3 ਦਿਨ ਤੋਂ ਬੋਲ ਰਹੇ ਆ ਪ੍ਰੈਸ ਵਾਲਿਆਂ ਨੂੰ ਸੱਦ ਕੇ। ਉਹਦੇ ਵਿੱਚ ਉਹ ਤਰਕ ਕੀ ਦਿੰਦੇ ਨੇ ਕਿ ਜਿੰਨੇ ਮੈਨੂੰ ਘਰ ਦੀ ਚਾਬੀ ਦਿੱਤੀ, ਮੈਨੂੰ ਨਹੀਂ ਪਤਾ ਉਹ ਠੀਕ ਆ ਗਲਤ ਆ, ਮੈਂ ਚਾਬੀ ਉਹਨੂੰ ਵਾਪਸ ਮੋੜ ਦਿੱਤੀ। ਮੇਰਾ ਮੈਡਮ ਮਾਣੂਕੇ ਨੂੰ ਇੱਕ ਸਵਾਲ ਹੈ ਕਿ ਕੋਈ ਚੋਰ ਗੱਡੀ ਚੋਰੀ ਕਰਕੇ ਲੈ ਆਵੇ,
ਉਹਦੀ ਚਾਬੀ ਤੁਹਾਨੂੰ ਫੜਾ ਦੇਵੇ ਤੇ ਮਗਰ ਮਾਲਕ ਆ ਜੇ ਆਪਣੇ ਦਸਤਾਵੇਜ਼ ਲੈ ਕੇ, ਤੇ ਤੁਸੀਂ ਕੀ ਕਹੋਗੇ ਵੀ ਮੈਂ ਚਾਬੀ ਜਿਹੜੀ ਉਹ ਚੋਰ ਨੂੰ ਮੋੜਨੀ ਆ? ਤੁਹਾਡਾ ਫਰਜ਼ ਹੈ, ਲੋਕਾਂ ਨੇ ਤੁਹਾਨੂੰ ਐਮਐਲਏ ਬਣਾਇਆ। ਮੈਂ ਸੁਣਦਾ ਸੀਗਾ ਕੱਲ ਤੁਹਾਨੂੰ ਕਿ ਮੈਂ ਐਮਐਲਏ 40,000 ਤੇ ਜਿੱਤੀ ਆ, ਔਰ 40,000 ਤੇ ਤੁਸੀਂ ਜਿੱਤੇ ਹੋ, ਤੇ ਤੁਹਾਡੇ ਇਲਾਕੇ ਦੇ ਲੋਕਾਂ ਦੀ ਜਾਨ ਤੇ ਮਾਲ ਦੀ ਰਾਖੀ ਕਰਨਾ ਵੀ ਤੁਹਾਡਾ ਫਰਜ਼ ਬਣਦਾ। ਇਹ ਲੋਕਾਂ ਨੂੰ ਧੱਕੇ ਨਾ ਖਾਣੇ ਪੈਣ। ਇਹਨਾਂ ਲੋਕਾਂ ਨੇ ਤੁਹਾਨੂੰ, ਐਨਆਰਆਈਜ਼ ਨੇ, ਸਾਰੀ ਸਰਕਾਰ ਨੂੰ, ਤੁਹਾਨੂੰ ਲੋਕਾਂ ਨੂੰ ਫੰਡਸ ਵੀ ਦਿੱਤੇ ਨੇ। ਇਸ ਕਰਕੇ ਨਹੀਂ ਦਿੱਤੇ ਕਿ ਸਾਡੀਆਂ ਕੋਠੀਆਂ ਦੇ ਉੱਤੇ, ਸਾਡੀਆਂ ਜਾਇਦਾਦਾਂ ਦੇ ਉੱਤੇ ਕਬਜ਼ਾ ਕਰ ਲਓ, ਸਾਨੂੰ ਖੱਜਲ ਹੋਣਾ ਪਵੇ। ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਸਰਬਜੀਤ ਕੌਰ ਮਾਣੂਕੇ, ਕਿ ਲੋਕ ਜੇ ਚੜਾ ਸਕਦੇ ਆ ਨਾ, ਤੇ ਲੋਕ ਥੱਲੇ ਵੀ ਲਾ ਸਕਦੇ ਆ। ਤਾਕਤ ਦਾ ਤੇ शोहरत का कभी मान नहीं करना चाहिए कि शोहरत की बुलंदी भी पल भर का तमाशा है। शोहरत की बुलंदी भी पल भर का तमाशा है, जिस डाल पे बैठे हो वो टूट भी सकती है। भी जेड़ी टाणी ते बैठे हो, जे इहो जे काम करोगे तो डिग भी पैनी है। दूजा तर्क तुसी की दिंदे हो, मैं SSP नूं कहा कि वैरीफाई कर ते जेड़ा गलत है ਉਹਦੇ ਉੱਤੇ ਪਰਚਾ ਦਰਜ ਕਰ। ਫਿਰ ਬਣਦਾ ਤੇ ਇਹ ਸੀਗਾ ਵੀ SSP ਉਹਨੂੰ ਵੈਰੀਫਾਈ ਕਰਦਾ, DC ਉਹਨੂੰ ਵੈਰੀਫਾਈ ਕਰਦਾ। ਫਿਰ ਤੁਸੀਂ ਬਿਨਾ ਵੈਰੀਫਾਈ ਕੀਤੇ ਕਿਵੇਂ ਇੱਕ ਬੰਦੇ ਨੂੰ ਚਾਬੀ ਦੇ ਦਿੱਤੀ? ਉਹਦੇ ਉੱਤੇ ਤੁਸੀਂ ਕੋਈ ਸਰਕਾਰੀ ਰਿਸੀਵਰ ਲਾਉਂਦੇ, DC ਦੇ ਦਫ਼ਤਰ ਚਾਬੀ ਰੱਖ ਦਿੰਦੇ, SSP ਦੇ ਦਫ਼ਤਰ ਚਾਬੀ ਰੱਖ ਦਿੰਦੇ ਵੀ ਜਿਹੜਾ ਜਾਇਜ਼ ਹੋਊਗਾ, ਜਿਹੜਾ ਸਹੀ ਹੋਊਗਾ ਉਹਨੂੰ ਚਾਬੀ ਦੇ ਦੇ। ਤੁਸੀਂ ਕਿਵੇਂ ਅਥਾਰਟੀ ਬਣ ਗਏ? ਤੁਸੀਂ ਕੋਈ ਹਾਈ ਕੋਰਟ ਦੇ ਜੱਜ ਲੱਗੇ ਹੋ ਵੀ ਤੁਸੀਂ ਉਸੇ ਵੇਲੇ ਫੈਸਲਾ ਸੁਣਾ ਦਿੱਤਾ ਵੀ ਇਸ ਬੰਦੇ ਨੇ ਮੈਨੂੰ ਕੋਠੀ ਦਿੱਤੀ ਹੈ ਔਰ ਇਹਨੂੰ ਮੈਂ ਵਾਪਸ ਚਾਬੀ ਕਰ ਰਹੀ ਹਾਂ। ਜੇ ਗਲਤ ਸੀ ਤੇ ਤੁਹਾਡਾ ਫਰਜ਼ ਸੀਗਾ ਉਸ ਬੰਦੇ ਦੇ ਉੱਤੇ ਪਰਚਾ ਦਰਜ ਕਰਾਉਂਦੇ। ਗਲਤ ਕੋਠੀ ਤੁਸੀਂ ਕਹਿ ਰਹੇ ਹੋ ਕਿ ਡਿਸਪਿਊਟਡ ਕੋਠੀ ਮੈਨੂੰ ਦੇ ਦਿੱਤੀ ਗਈ। ਡਿਸਪਿਊਟਡ ਕੋਠੀ ਲਈ ਕਿਉਂ ਜਾਂਦੀ ਹੈ? ਡਿਸਪਿਊਟਡ ਜਾਇਦਾਦ ਲਈ ਕਿਉਂ ਜਾਂਦੀ ਹੈ? ਆਮ ਤੌਰ ਤੇ ਪੁਰਾਣੇ ਲੀਡਰਾਂ ਨੂੰ ਇਹ, ਮੈਂ ਤੇ ਵੇਖਦਾ ਰਿਹਾ, ਮੈਂ ਅਕਾਲੀਆਂ 'ਚ ਵੀ ਰਿਹਾ, ਮੈਂ ਕਾਂਗਰਸ ਨਾਲ ਵੀ ਰਿਹਾ, ਆਮ ਤੌਰ ਤੇ ਸਰਕਾਰ ਬਣਦਿਆਂ ਹੀ ਕੁੱਤੇ ਵਾਂਗੂ ਸੁੰਘਦੇ ਫਿਰਦੇ ਨੇ ਵੀ ਝਗੜੇ ਵਾਲੀ ਜਗ੍ਹਾ ਹੈਗੀ ਆ ਕਿਤੇ, ਝਗੜੇ ਵਾਲੀ ਜਗ੍ਹਾ ਹੈਗੀ ਆ ਕਿਤੇ। ਉਹ ਕੰਮ ਤੁਸੀਂ ਲੋਕਾਂ ਨੇ ਵੀ ਅਪਣਾ ਲਏ। ਜੇ ਇਹ ਗਲਤ ਸੀਗੇ ਤੇ ਤੁਹਾਡੀ ਲੈਣੀ ਨਹੀਂ ਸੀ ਇਹ ਕੋਠੀ ਬਣਦੀ। ਫਿਰ ਤੁਸੀਂ ਤਰੱਕੀ ਦਿੱਤਾ ਕਿ ਖਹਿਰੇ ਨੇ ਵੀ ਜ਼ਮੀਨ ਦੱਬੀ ਆ, ਉਹ ਆਪਣੀ ਜ਼ਮੀਨ ਪਹਿਲਾਂ ਛੱਡੇ। ਮੈਂ ਤੈਨੂੰ ਪੁੱਛਣਾ ਚਾਹੁੰਦਾ, ਜੇ ਖਹਿਰੇ ਨੇ ਜ਼ਮੀਨ ਦੱਬੀ ਆ ਤੇ ਫਿਰ ਕਾਰਵਾਈ ਕਿਹਨੇ ਕਰਨੀ ਹੈ? ਸਰਕਾਰ ਤੁਹਾਡੀ ਹੈ। ਫਿਰ ਤੁਸੀਂ ਉਹਦੇ ਕੋਲ ਗੱਲਾਂ 'ਚ ਕਿਉਂ ਛਡਾਉਂਦੇ ਹੋ? ਫਿਰ ਉਹਦੇ ਉੱਤੇ ਕਾਰਵਾਈ ਕਿਉਂ ਨਹੀਂ ਕਰਦੇ? ਗੱਲਾਂ ਬਾਤਾਂ ਨਾਲ ਨਾ ਸਾਰੋ, ਮਤਲਬ ਜੋ ਤੁਸੀਂ ਕੀਤਾ ਹੈ ਫਿਰ ਉਡੀਕ ਕਾਹਦੀ ਕਰਦੇ ਹੋ? ਜੇ ਖਹਿਰੇ ਨੇ ਕੋਠੀ ਦੱਬੀ ਹੈ, ਸਭ ਤੋਂ ਵੱਧ ਵਿਰੋਧ ਤੁਹਾਡੀ ਸਰਕਾਰ ਦਾ ਕੱਲੇ ਬੰਦੇ ਦਾ ਉਹ ਕਰਦਾ, ਤੇ ਫਿਰ ਉਹਦੇ ਉੱਤੇ ਕਾਰਵਾਈ ਕਿਉਂ ਨਹੀਂ ਕਰਦੇ? ਜੇ ਉਹਨੇ ਜਗ੍ਹਾ ਦੱਬੀ ਆ, ਜਿਹਦੀ ਜਗ੍ਹਾ ਦੱਬੀ ਉਹਨੂੰ ਸਟੈਂਡ ਕਰ ਲਓ ਤੇ ਖਹਿਰੇ ਦੇ ਉੱਤੇ ਪਰਚਾ ਦਰਜ ਕਰੋ। ਆਪਾਂ ਜਿਹੜੇ ਬੰਦੇ ਦੇ ਨਾਲ ਇਹਨਾਂ ਦਾ ਝਗੜਾ ਹੈ, ਜਿਹਦੇ ਬਾਰੇ ਦੁਹਾਈ ਦੇ ਰਹੇ ਆ, ਕਰਮ ਸਿੰਘ ਜਿਹੜਾ ਬੰਦਾ, ਉਹਦਾ ਆਪਾਂ ਪੱਖ ਲੈ ਰਹੇ ਆ। ਉਹਦੀਆਂ ਆਪਣੇ ਨਾਲ ਫੋਟੋਆਂ ਆਉਂਦੀਆਂ ਨੇ, ਫਿਰ ਆਪਾਂ ਕਿਰਾਏਨਾਮਾ ਉਹਦੇ ਕੋਲ ਲਿਖਾ ਲਿਆ। ਆਪਾਂ ਉਹਦਾ ਐਡਾ ਪੱਖ ਕਿਉਂ ਪੂਰ ਰਹੇ ਆ? ਦੂਜੀ ਚੀਜ਼, ਮੈਂ ਛੋਟੇ ਇਸ਼ੂਜ਼ ਦੇ ਵਿੱਚ ਕਦੀ ਨਹੀਂ ਪਿਆ ਕਿ ਉਸ ਜਗ੍ਹਾ ਦੇ ਉੱਤੇ ਸੜਕ ਕਿਵੇਂ ਪੈ ਗਈ। MLA ਵੀ ਕਿਤੇ ਰਹਿੰਦਾ ਹੋਵੇ, ਮੈਂ ਨਾ ਕਾਉਂਸਲਰ ਨਹੀਂ ਮਾਨ, ਉਹ ਕਿਤੇ ਰਹਿੰਦਾ ਹੋਵੇ, ਉਹਦੇ ਘਰ ਦੀ ਸੜਕ ਵੀ ਪੈ ਸਕਦੀ ਆ, ਚਾਹੇ ਉਹ ਕਿਰਾਏ ਤੇ ਰਹਿੰਦਾ ਹੋਵੇ, ਚਾਹੇ ਉਹ ਕਬਜ਼ਾ ਕਰਕੇ ਰਹਿੰਦਾ ਹੋਵੇ, ਕਿਉਂਕਿ ਲੋਕ ਉਹਦੇ ਕੋਲ ਆਉਂਦੇ ਆ। ਲੋਕ ਉਹਨੂੰ ਫਿਰ ਲਾਹਨਤਾਂ ਪਾਉਣਗੇ ਵੀ ਤੇਰੀ ਤੇ ਆਪਣੀ ਸੜਕ ਨਹੀਂ ਬਣੀ, ਤੂੰ ਸਾਡਾ ਕੀ ਵਿਕਾਸ ਕਰਦਾ ਫਿਰੇਗਾ। ਸੋ ਇਹਨਾਂ ਚੀਜ਼ਾਂ ਤੇ ਉੱਤੇ ਮੈਂ ਨਹੀਂ ਜਾਂਦਾ, ਪਰ ਜਿੱਥੇ ਤੁਸੀਂ ਗਲਤ ਹੋ, ਜਿੱਥੇ ਇਹਨਾਂ ਦੀ ਮਦਦ ਹੋਣੀ ਚਾਹੀਦੀ ਹੈ, ਕੱਲਾ ਕਾਗਜ਼ ਲੈ ਕੇ ਫਿਰ ਰਹੇ ਨੇ। ਸਰਕਾਰ ਸਾਰੀ ਤੁਹਾਡੇ ਪੱਖ 'ਚ ਖੜ ਗਈ, ਸਰਕਾਰ ਤੁਹਾਡੀ ਕਰਮ ਸਿੰਘ ਸਿੱਧੂ ਦੇ ਪੱਖ 'ਚ ਖੜ ਗਈ। ਜਿਸ ਬੰਦੇ ਨੇ ਪਾਵਰ ਆਫ ਅਟਾਰਨੀ ਬਣਾਈ, ਮੈਨੂੰ ਪਤਾ ਲੱਗਾ ਕਿ ਪਹਿਲਾਂ ਵੀ ਉੱਤੇ ਬਹੁਤ ਸਾਰੇ ਕੇਸਿਸ ਜਿਹੜੇ ਚੱਲਦੇ ਨੇ, 420 ਨਾ ਕੋਈ ਕੋਰਟ ਦੇ ਵਿੱਚ ਚੱਲ ਰਹੇ ਨੇ ਜਾਂ ਪੁਲਿਸ ਥਾਣੇ ਦੇ ਵਿੱਚ ਨੇ। ਉਸ ਬੰਦੇ ਕੋਲੋਂ ਤੁਸੀਂ ਕੋਠੀ ਲਈ ਔਰ ਵਰਤ ਕੀ ਰਹੇ ਹੋ? ਨਾ ਕਿਹਦਾ ਵਰਤ ਰਹੇ ਹੋ ਕਿ ਦਲਿਤ ਸਮਾਜ ਕਰਕੇ ਮੈਨੂੰ ਜਿਹੜਾ ਇਹ ਧੱਕਾ ਮੇਰੇ ਨਾਲ ਹੋ ਰਿਹਾ, ਦਲਿਤਾਂ ਨੂੰ ਬਰਦਾਸ਼ਤ ਨਹੀਂ ਕਰਦੇ ਅਸੀਂ। ਮੈਂ ਤਾਂ ਕਦੀ ਕੋਈ ਫਰਕ ਨਹੀਂ ਸਮਝਦਾ ਵੀ ਦਲਿਤ ਕੌਣ ਹੈ, ਜੱਟ ਕੌਣ ਹੈ, ਰੋੜਾ ਕੌਣ ਹੈ। ਇਹਦੇ ਵਿੱਚ ਦਲਿਤ ਸਮਾਜ ਕਿੱਥੋਂ ਆ ਗਿਆ? ਮੈਂ ਤੁਹਾਨੂੰ ਇੱਕ ਸਵਾਲ ਕਰਦਾ ਮਾਣੂਕੇ ਜੀ, ਕਿ ਦਲਿਤ ਸਮਾਜ ਲਈ ਪਿਛਲੇ 5 ਸਾਲ ਵੀ ਤੁਸੀਂ ਮੰਤਰੀ MLA ਰਹੇ ਹੋ, 1.25 ਸਾਲ ਤੋਂ ਤੁਹਾਡੀ ਸਰਕਾਰ ਹੈ। ਕਿੰਨੀ ਕੁ ਦਲਿਤਾਂ ਲਈ ਤੁਸੀਂ ਆਵਾਜ਼ ਬੁਲੰਦ ਕੀਤੀ ਹੈ, ਸਿਵਾਏ ਆਪਣੀ ਕੁਰਸੀ ਹਾਸਲ ਕਰਨ ਤੋਂ, ਸਿਵਾਏ ਦਲਿਤਾਂ ਦੇ ਨਾਂ ਦੇ ਉੱਤੇ ਮੰਤਰੀ ਬਣਨ ਤੋਂ? ਦਲਿਤਾਂ ਦਾ ਸਿਰਫ ਨਾਂ ਵਰਤਿਆ ਜਾਂਦਾ ਆਪਣੇ ਪਾਪ ਲੁਕਾਉਣ ਲਈ। ਜਿੱਥੇ ਤੁਸੀਂ ਕਿਤੇ ਫਸ ਜਾਂਦੇ ਹੋ, ਫਿਰ ਆਪਣੇ ਜਾਤ ਦਾ, ਧਰਮ ਦਾ ਸਾਰਿਆਂ ਕੋਲੇ, ਮਤਲਬ ਜੇ ਕਿਤੇ ਕੋਈ ਸਿੱਖ ਹੈ, ਜੇ ਕੋਈ ਹਿੰਦੂ ਹੈ, ਫਿਰ ਆਪੋ ਆਪਣੀ ਜਿਹੜੀ ਧਰਮ ਦੀ ਉਹ ਆੜ ਲੈਣੀ ਸ਼ੁਰੂ ਕਰ ਦਿੰਦਾ। ਅੱਗੋਂ ਪਿੱਛੋਂ ਆਪਾਂ ਆਪਣੇ ਧਰਮ ਲਈ, ਆਪਣੀ ਜਾਤ ਪਾਤ ਲਈ ਕੁਝ ਨਹੀਂ ਕਰਦੇ, ਸਿਰਫ ਆਪਣੇ ਪਾਪ ਲੁਕਾਉਣ ਲਈ। ਤੇ ਪਾਪ ਲੁਕਾਉਣ ਤੋਂ ਬਾਅਦ ਜਦੋਂ ਮਸਲਾ ਹੱਲ ਹੋ ਜਾਂਦਾ, ਫਿਰ ਅਗਲਾ ਪਾਪ ਕਰਨ ਲਈ ਤੁਰ ਪੈਂਦੇ ਆ। ਤੁਹਾਡੇ ਤੇ ਕਿਸੇ ਨੇ ਬੜਾ ਵਧੀਆ ਲਿਖਿਆ ਕਿ ਕਿਤਨੀ ਅਜੀਬ ਹੈ ਗੁਨਾਹੋਂ ਕੀ ਜੁਸਤਜੂ ਇਕਬਾਲ, कितनी अजीब है गुनाहों की जुस्तजू इकबाल, नमाज भी जल्दी में पढ़ते हैं फिर से गुनाह करने के लिए। ਅੱਜ ਤੁਸੀਂ ਇਹਦੀ ਆੜ ਲੈ ਰਹੇ ਹੋ, ਫਿਰ ਬਾਜੋਗੇ, ਫਿਰ ਤੁਸੀਂ ਸਹੁੰ ਖਾਓ ਵੀ ਦਲਿਤਾਂ ਲਈ ਕੁਝ ਕਰੋਗੇ, ਆਪਣੇ ਸਮਾਜ ਲਈ ਕੁਝ ਕਰੋਗੇ। ਤੁਸੀਂ ਕਬਜ਼ਾ ਕੀਤਾ ਜਾਂ ਨਹੀਂ ਕੀਤਾ? ਇੱਕ ਸਿਆਣੇ ਪੋਲੀਟੀਸ਼ੀਅਨ ਦੇ ਤੌਰ ਤੇ ਤੁਹਾਡਾ ਫਰਜ਼ ਪਤਾ ਕੀ ਬਣਦਾ ਸੀਗਾ? ਕਿ ਆਪ ਪਹਿਲ ਕਦਮੀ ਕਰਕੇ
ਜਿਹਦਾ ਤੁਹਾਡੇ ਉੱਤੇ ਦੋਸ਼ ਲੱਗ ਗਿਆ, ਇਹ ਮਸਲਾ ਤੁਹਾਨੂੰ ਖੁਦ ਅੱਗੇ ਆ ਕੇ ਹੱਲ ਕਰਾਉਣਾ ਚਾਹੀਦਾ ਸੀਗਾ। ਔਰ ਲੋਕਾਂ ਦੇ ਵਿੱਚ ਵੀ ਤੁਹਾਡੇ ਨੰਬਰ ਬਣਦੇ, ਔਰ ਸ਼ਾਇਦ ਤੁਹਾਡੀ ਸਰਕਾਰ ਦੇ ਵਿੱਚ ਵੀ ਤੁਹਾਡੇ ਨੰਬਰ ਬਣਦੇ। ਜਿਹੜਾ ਤੁਸੀਂ ਗੱਡੀਆਂ ਜਾਂਦੇ ਜਾਂਦੇ ਰਹਿ ਗਏ, ਜਿਹੜੀ ਗੱਡੀ ਚੜ੍ਹ ਨਹੀਂ ਸਕੇ ਮੰਤਰੀ ਵਾਲੀ, ਸ਼ਾਇਦ ਉਹ ਤੁਹਾਨੂੰ ਮੰਤਰੀ ਦੀ ਕੁਰਸੀ ਜਿਹੜੀ ਉਹ ਵਾਪਸ ਮਿਲ ਜਾਂਦੀ। ਇਮੋਸ਼ਨਲ ਸਟੇਟਮੈਂਟ ਤੁਸੀਂ ਦੇ ਰਹੇ ਹੋ ਕਿ ਮੇਰੇ ਬੱਚਿਆਂ ਨੂੰ ਅਟੈਕ ਕੀਤਾ ਜਾ ਰਿਹਾ। ਮੈਂ ਪੁੱਛਣਾ ਚਾਹੁੰਦਾ, ਮੈਂ ਵੀ ਸਾਰਾ ਦਿਨ ਆ ਦੇਖਦਾ ਫੇਸਬੁੱਕ, ਸੋਸ਼ਲ ਮੀਡੀਆ, ਲੋਕ ਮੈਨੂੰ ਦੱਸਦੇ ਨੇ ਕਿੱਥੇ ਤੁਹਾਡੇ ਕਿਸੇ ਬੱਚੇ ਦਾ ਕਿਸੇ ਨੇ ਨਾਂ ਲਿਆ। ਹਾਂ, ਜੇ ਤੁਸੀਂ ਇਸ ਪ੍ਰੋਫੈਸ਼ਨ 'ਚ ਹੋ, ਤੁਸੀਂ ਕੋਈ ਸੋਸ਼ਲ ਵਰਕਰ ਹੋ, ਤੁਸੀਂ ਕੋਈ ਪੋਲੀਟੀਸ਼ੀਅਨ ਹੋ, ਤੁਸੀਂ ਕੋਈ ਅਫਸਰ ਹੋ, ਤੁਸੀਂ ਕਿਤੇ ਵੀ ਸਮਾਜ ਸੇਵਾ ਦੇ ਨਾਲ ਜੁੜੇ ਹੋ, ਸੋਸ਼ਲ ਵਰਕ ਦੇ ਨਾਲ ਜੁੜੇ ਹੋ, ਤੇ ਇਹਨਾਂ ਚੀਜ਼ਾਂ ਲਈ ਤੁਹਾਨੂੰ ਤਿਆਰ ਰਹਿਣਾ ਚਾਹੀਦਾ ਕਿ ਮੇਰੇ ਉੱਤੇ ਕੋਈ ਬਲੇਮ ਵੀ ਲੱਗ ਸਕਦਾ। ਆਪਣੇ ਬੱਚਿਆਂ ਨੂੰ ਵੀ ਮਾਨਸਿਕ ਤੌਰ ਦੇ ਉੱਤੇ ਤਿਆਰ ਰੱਖਣਾ ਚਾਹੀਦਾ ਕਿ ਕਿਤੇ ਜੇ ਸਹੀ ਆ ਤੇ ਕਿਤੇ ਕੋਈ ਗਲਤ ਦੋਸ਼ ਵੀ ਲੱਗ ਸਕਦੇ ਆ। ਸਾਡੇ ਬੱਚਿਆਂ ਬਾਰੇ ਵੀ ਲੋਕ ਬੜਾ ਕੁਝ ਮਾੜਾ ਚੰਗਾ ਬੋਲ ਦਿੰਦੇ ਆ, ਬੜਾ ਕੁਝ ਲਿਖ ਦਿੰਦੇ ਆ, ਤੇ ਕੀ ਸਮਾਜ ਲਈ ਬੋਲਣੋਂ ਹਟ ਜਾਈਏ, ਕੀ ਸਮਾਜ ਦੀ ਬਾਂਹ ਫੜਨੋਂ ਹਟ ਜਾਈਏ। ਸੋ ਇਹ ਗੱਲਾਂ ਮੈਂ ਤੁਹਾਨੂੰ ਤੁਹਾਡੀਆਂ ਗੱਲਾਂ ਦੇ ਜਵਾਬ ਦਿੱਤੇ ਆ। ਤੇਰਾ ਫਰਜ਼ ਬਣਦਾ ਐਮਐਲਏ ਦਾ ਕਿ ਇਹਨਾਂ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰ। ਹੁਣ ਮੈਂ ਗੱਲ ਕਰਨ ਲੱਗਾ, ਜਿਹੜਾ ਮੇਰਾ ਸਿੱਧਾ ਸਿੱਧਾ ਮੈਸੇਜ ਹੈ ਉਹ ਹੈ ਸਾਰ ਭਗਵੰਤ ਸਿੰਘ ਮਾਨ ਨੂੰ ਕਿ ਮੈਂ ਤੇਰੀ ਇਮਾਨਦਾਰੀ ਪੱਖੋਂ ਤੇਰੀ ਬਹੁਤ ਇੱਜ਼ਤ ਕਰਦਾ। ਪੰਜਾਬ ਨੂੰ ਬਹੁਤ ਦੇਰ ਬਾਅਦ, ਪਤਾ ਨਹੀਂ ਤੁਸੀਂ ਦਿੱਲੀ ਤੋਂ ਚੱਲਦੇ ਹੋ, ਤੁਹਾਡੇ ਕਿਤੇ ਪੈਰਾਂ 'ਚ ਬੇੜੀਆਂ ਵੀ ਹੋਣਗੀਆਂ, ਜੋ ਵੀ ਹੈ, ਪਰ ਬੜੀ ਦੇਰ ਬਾਅਦ ਪੰਜਾਬ ਨੂੰ ਆ ਸਵਾ ਸਾਲ ਕੋ ਇਮਾਨਦਾਰ ਮੁੱਖ ਮੰਤਰੀ ਦਾ ਤੁਹਾਡੇ ਐਮਐਲਏ ਥੱਲੇ ਕਰਦੇ ਹੋਣਗੇ ਇਹੋ ਜਿਹੀਆਂ ਚੋਰੀਆਂ ਠੱਗੀਆਂ। ਮੈਂ ਕੋਈ ਉਹਦੀ ਸਾਦੀ ਨਹੀਂ ਭਰਦਾ, ਪਰ ਹਾਂ ਅਜੇ ਤੱਕ ਤੁਹਾਡੇ ਉੱਤੇ ਕੋਈ ਮੈਨੂੰ ਐਡਾ ਵੱਡਾ ਦੋਸ਼ ਜਾਂ ਕੋਈ ਐਡਾ ਵੱਡਾ ਕੀ ਕੋਈ ਦੋਸ਼ ਲੱਭਾ ਨਹੀਂ ਕਰਪਸ਼ਨ ਦਾ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਆਪਾਂ ਪਹਿਲਾਂ ਸਟੇਟਮੈਂਟ ਦਿੱਤੀਆਂ ਨੇ ਮਾਨ ਸਾਹਿਬ ਕਿ ਗੋਰੇ ਪੰਜਾਬ 'ਚ ਆ ਕੇ ਨੌਕਰੀ ਕਰਨਗੇ, ਅੰਗਰੇਜ਼ ਲੋਕ ਪੰਜਾਬ 'ਚ ਆ ਕੇ ਕੰਮ ਕਰਨਗੇ। ਮੈਂ ਪੰਜਾਬ ਨੂੰ ਇਹੋ ਜਿਹਾ ਬਣਾ ਦਊਂਗਾ। ਇੱਥੇ ਤੇ ਪੰਜਾਬੀ ਆਉਣ ਨੂੰ ਤਿਆਰ ਨਹੀਂ, ਜਿਹੜੇ ਪੰਜਾਬੀ ਇੱਥੇ ਰਹਿੰਦੇ ਨੇ ਉਹ ਵੀ ਭੱਜਣ ਨੂੰ ਤਿਆਰ ਨੇ ਲਾ ਐਂਡ ਆਰਡਰ ਕਰਕੇ। ਮਤਲਬ ਇੱਥੇ ਕੰਮ ਕਰ ਕਿਹੜੀ ਇੰਡਸਟਰੀ ਆਪਣੇ ਲੱਗ ਰਹੀ ਹੈ? ਕੁਝ ਵੀ ਨਹੀਂ ਲੱਗ ਰਿਹਾ। ਗੋਰੇ ਕਿਵੇਂ ਲੈ ਕੇ ਆ ਰਹੇ ਹੋ ਜਦੋਂ ਕਿ ਪੰਜਾਬੀਆਂ ਦੀਆਂ ਜਾਇਦਾਦਾਂ ਜਿਹੜੇ ਬਾਹਰ ਬੈਠੇ ਨੇ, ਸਰਕਾਰ ਨੂੰ ਉਹਨਾਂ ਜਾਇਦਾਦਾਂ ਦੀ ਚੌਕੀਦਾਰੀ ਕਰਨੀ ਚਾਹੀਦੀ ਹੈ ਕਿ ਬੰਦੇ ਆਪਣੀ ਰੋਜੀ ਰੋਟੀ ਕਮਾਉਣ ਲਈ ਗਏ, ਇੱਥੇ ਵੀ ਉਹਨਾਂ ਆਪਣੇ ਪੈਰ ਨਹੀਂ ਛੱਡੇ। ਔਰ ਇਹਨਾਂ ਲੋਕਾਂ ਦੀ ਜਾਇਦਾਦ ਦੀ ਰਾਖੀ ਦਾ ਸਾਡਾ ਫਰਜ਼ ਹੈ। ਇਹੋ ਲੋਕ ਸੁਰੱਖਿਅਤ ਨਹੀਂ ਹੈਗੇ, ਇਹਨਾਂ ਦੀਆਂ ਜਾਇਦਾਦਾਂ ਸੁਰੱਖਿਅਤ ਨਹੀਂ ਹੈਗੀਆਂ, ਤੇ ਗੋਰੇ ਤੇ ਕਿਤੇ ਇੱਧਰ ਮੂੰਹ ਹੀ ਨਹੀਂ ਕਰ ਸਕਦੇ। ਜੋ ਮੈਂ ਗੋਰਿਆਂ ਦਾ ਹਾਲ ਵੇਖਦਾ, ਜਿੱਡੇ ਉਹ ਡਿਸਪਲਿਨ 'ਚ ਰਹਿੰਦੇ ਨੇ ਤੇ ਜਿੱਡੀ ਉਹ ਇਮਾਨਦਾਰੀ ਨਾਲ ਕੰਮ ਕਰਦੇ ਨੇ। ਮੈਂ ਸਵੇਰੇ ਕਿਸੇ ਨਾਲ ਗੱਲ ਕਰਦਾ ਸੀਗਾ ਪੰਜਾਬ, ਮੇਰੇ ਪੱਤਰਕਾਰ ਨੇ ਦੋਸਤ, ਮੈਂ ਸਾਰੀ ਡਿਟੇਲ ਲੈ ਰਿਹਾ ਸੀਗਾ ਇਹਦੀ, ਔਰ ਉਹਨਾਂ ਨੇ ਮੈਨੂੰ ਇੱਕ ਗੱਲ ਦੱਸੀ ਕਿ ਮੇਰਾ ਇੱਕ ਦੋਸਤ ਹੈ ਇੰਗਲੈਂਡ ਦੇ ਵਿੱਚ, ਉਹ ਕਹਿੰਦਾ ਸੀਗਾ ਕਿ ਮੈਂ ਮੋਹਾਲੀ ਦੇ ਵਿੱਚ ਇੱਕ ਫਲੈਟ ਲੈਣਾ, ਕਿ ਮੈਂ ਕਦੀ ਪੰਜਾਬ ਆ ਗਿਆ, ਫਲੈਟ ਮਿਲ ਜਾਂਦੇ ਨੇ, ਮੈਂ ਵਧੀਆ ਇੱਥੇ ਰਿਹਾ ਕਰੂੰਗਾ। ਜਦੋਂ ਦਾ ਇਹ ਮਸਲਾ ਉੱਠਿਆ ਉਹ ਕੰਨਾਂ ਨੂੰ ਹੱਥ ਹੀ ਲਾ ਗਿਆ ਵੀ ਮੇਰਾ ਜੋ ਕੁਝ ਹੈਗਾ ਮੈਂ ਉਹ ਵੀ ਵੇਚ ਕੇ ਬਾਹਰ ਹੀ ਕੁਝ ਲੈ ਲੈਣਾ, ਮੈਂ ਇੱਥੇ ਨਹੀਂ ਰਹਿਣਾ। ਇਹ ਸੱਚਾਈ ਆ, ਮੈਂ ਝੂਠ ਕਦੀ ਜ਼ਿੰਦਗੀ 'ਚ ਨਹੀਂ ਬੋਲਦਾ। ਜੋ ਜੋ ਸਾਹਮਣੇ ਆ ਰਹੇ ਨੇ ਫੈਕਟ, ਮੈਂ ਉਹ ਤੁਹਾਡੇ ਸਾਹਮਣੇ ਰੱਖ ਰਿਹਾ। ਮਾਨ ਸਾਹਿਬ, ਬਾਹਰ ਮੈਂ ਫਿਰ ਰਿਹਾ, ਲੋਕ ਲਾਹਣਤਾਂ ਪਾ ਰਹੇ ਨੇ ਇਸ ਕੋਠੀ ਵਾਲੇ ਮਸਲੇ ਦੇ ਉੱਤੇ ਵੀ ਐਡਾ ਵੱਡਾ ਮਸਲਾ। ਉਹ ਦੋ ਲੇਡੀਜ਼ ਪੰਜਾਬ ਦੇ ਵਿੱਚ ਜਾ ਕੇ ਖੱਜਲ ਹੋ ਰਹੀਆਂ ਨੇ। ਇੱਥੇ ਵੀ ਰੋਜੀ ਰੋਟੀ ਦੀ ਫਿਕਰ ਹੈ, ਇੱਥੇ ਕੋਈ ਪੰਜਾਬ ਵਾਲਾ ਹਿਸਾਬ ਤੇ ਨਹੀਂ ਕਿ 10 ਦਿਨ ਨੌਕਰੀ ਤੇ ਨਾ ਜਾਓ ਤੇ ਐਮਐਲਏ ਜਾਂ ਮੇਰੇ ਵਰਗਾ ਫੋਨ ਕਰਦੇ ਵੀ ਇਹਨੇ ਨਹੀਂ ਆਉਣਾ ਤੇ 10 ਦਿਨ ਇਹਦੀ ਹਾਜ਼ਰੀ ਲਾ ਦੀ। ਉਹੋ ਜਿਹਾ ਸਿਸਟਮ ਇੱਥੇ ਨਹੀਂ ਚੱਲਦਾ। ਸੋ ਇਹ ਲੋਕ ਤੁਹਾਡੇ ਕੋਲੋਂ ਬੜੀ ਆਸ ਨਾਲ ਬੈਠੇ ਨੇ, ਤੁਹਾਨੂੰ ਫੋਨ ਕੀਤਾ, ਤੁਹਾਡੇ ਓਐਸਡੀ ਨੇ ਤੁਹਾਡੇ ਧਿਆਨ 'ਚ ਲਿਆਂਦਾ। ਹੁਣ ਤੱਕ ਇਹ ਮਸਲਾ ਜਿਹੜਾ ਉਹ ਹੱਲ ਹੋ ਜਾਣਾ ਚਾਹੀਦਾ ਸੀਗਾ, ਔਰ ਇਹਨੂੰ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਜਿਹੜਾ ਉਹ ਤੁਹਾਨੂੰ ਚਾਹੀਦਾ ਆਪ ਜਿਹੜਾ ਉਹ ਦਖਲ ਦੇ ਕੇ ਕਰੋ। ਜੇ ਤੁਸੀਂ ਇਹ ਮਸਲਾ ਹੱਲ ਕਰੋਗੇ, ਮੈਂ ਤੁਹਾਨੂੰ ਗਰੰਟੀ ਨਾ ਕਹਿਣਾ, ਜੋ ਮੈਂ ਇੱਥੇ ਹਾਲਾਤ ਵੇਖੇ ਨੇ, ਲੋਕਾਂ ਦਾ ਵਿਸ਼ਵਾਸ ਤੁਹਾਡੇ ਲਈ ਹੋਰ ਪੱਕਾ ਹੋਊਗਾ। ਲੋਕ ਤੁਹਾਡੀ ਸਿਫਤ ਕਰਨਗੇ। ਆਪਣੇ ਐਮਐਲਏਆਂ ਦੀਆਂ ਗਲਤੀਆਂ ਕਰਕੇ ਆਪਣੀ ਸਰਕਾਰ ਦਾ ਅਕਸ ਨਾ ਸੁੱਟੋ। ਖਹਿਰਾ ਸਾਹਿਬ ਵੀ ਕਹਿੰਦੇ ਸੀਬੀਆਈ ਜਾਂਚ, ਮਤਲਬ ਆਮ ਲੋਕ ਕਹਿੰਦੇ ਇੱਥੇ ਸੀਬੀਆਈ ਜਾਂਚ, ਮੈਂ ਨਹੀਂ ਮੰਨਦਾ। ਮੈਂ ਕਹਿੰਦਾ ਇਹਦੀ ਜਾਂਚ ਤੁਸੀਂ ਆਪਦੇ ਡੀਜੀ ਵਿਜੀਲੈਂਸ ਹੈ ਉਹਨਾਂ ਕੋਲੋਂ, ਮੈਂ ਉਸ ਬੰਦੇ ਨੂੰ ਵੀ ਇਮਾਨਦਾਰੀ ਦਾ ਬਹੁਤ ਵੱਡਾ ਖਿਤਾਬ ਦਿੰਦਾ, ਵਰਿੰਦਰ ਸ਼ਰਮਾ ਉਹਨਾਂ ਨੂੰ, ਨਿਊਟਰਲ ਜਾਂਚ ਉਹਨਾਂ ਨੂੰ ਕਰਨ ਲਈ ਕਹਿ ਦਿਓ। ਉਹ 2 ਦਿਨਾਂ ਦੇ ਵਿੱਚ ਤੁਹਾਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਗੇ। ਹਰ ਬੰਦੇ ਦੇ ਨਹਾੜੇ ਕੱਢ ਲਏ। ਆ ਧਾਰੀਵਾਲ ਐਨਆਰਆਈ ਮਿਨਿਸਟਰ ਹੈ, ਪਹਿਲਾ ਮਹਿਕਮਾ ਤੇ ਉਹਦੇ ਕੋਲੋਂ ਖੋਹ ਲਿਆ ਵੀ ਸਮਝ ਆ ਗਈ ਵੀ ਇਹ ਗੱਲਾਂ ਵਾਲਾ ਹੀ ਹੈ। ਆਪਾਂ ਉੱਥੋਂ ਕਬਜ਼ਾ ਛਡਾ ਲਿਆ, ਉੱਥੋਂ ਕਬਜ਼ਾ ਛਡਾ ਲਿਆ, ਨਾ ਤੇ ਬਾਦਲਾਂ ਦੇ ਕਬਜ਼ੇ ਛੁੱਟੇ, ਨਾ ਵੱਡੇ ਲੀਡਰਾਂ ਦੇ ਕਬਜ਼ੇ ਛੁੱਟੇ, ਤੇ ਧਾਰੀਵਾਲ ਨੂੰ ਉਸ ਕੰਮੋਂ ਤੋਂ ਤੁਸੀਂ ਵਿਹਲਾ ਕੀਤਾ। ਬਹੁਤ ਵਧੀਆ, ਵੀ ਸਿਵਾਏ ਗੱਲਾਂ ਤੋਂ ਬਗੈਰ ਕੁਝ ਹੈ ਨਹੀਂ ਸੀਗਾ। ਪਰ ਆ ਜਿਹੜਾ ਮਸਲਾ ਹੈ ਤੁਹਾਡੇ ਆਪਣੇ ਧਿਆਨ ਦੇ ਨਾਲ ਜਿਹੜਾ ਉਹ ਹੱਲ ਹੋਣਾ ਚਾਹੀਦਾ। 7 ਸਮੁੰਦਰੋਂ ਪਾਰ, ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਭਗਵੰਤ ਮਾਨ ਹੋਣਾ ਨੂੰ, 7 ਸਮੁੰਦਰੋਂ ਪਾਰ ਕੌਣ ਜਾ ਕੇ ਝੂਠੀ ਲੜਾਈ ਲੜਦਾ ਹੈ ਜੀ ਪੰਜਾਬ ਦੇ ਵਿੱਚ? ਕਿੰਨੂੰ ਨਹੀਂ ਪਤਾ ਵੀ ਪੰਜਾਬ ਦੇ ਵਿੱਚ ਪੁਲਿਸ ਕਿੰਨੀ ਆਪ ਉਧਰੀ ਆ ਵੀ ਇਹਨਾਂ ਨੂੰ ਫਸਾ ਦੂਗੀ ਕਿਤੇ ਨਾ ਕਿਤੇ। ਸੱਚੇ ਨੇ ਤੇ ਇਹ ਲੜਾਈ ਆਪਣੀ ਲੜ ਰਹੇ ਆ ਨਾ, ਕਿੱਡੀ ਕੁ ਛੇਤੀ ਇਹ ਮਸਲਾ ਹੱਲ ਹੋ ਸਕਦਾ। ਇਹਦੇ ਤੇ 2-3 ਤਰਕ ਨੇ, ਲਾਓ ਆਪਦੇ ਡੀਜੀ ਦੀ ਡਿਊਟੀ ਤੇ 2 ਦਿਨਾਂ 'ਚ ਹੱਲ ਨਾ ਹੋਵੇ। ਉਹ ਕਹਿ ਰਹੀ ਹੈ ਕਿ ਮੈਂ 15 ਦਿਨਾਂ ਤੋਂ ਇੱਥੇ ਕਿਰਾਏ ਤੇ ਆ ਜੀ।
15-20 ਤੁਸੀਂ ਫੋਨ ਲੋਕੇਸ਼ਨ ਕਢਾ ਲਓ ਇਨਵੈਸਟੀਗੇਸ਼ਨ ਦੇ ਵਿੱਚ ਕਿ ਉਹਦੇ ਘਰ ਵਾਲੇ ਦੀ ਕਿੰਨੀ ਦੇਰ ਤੋਂ ਇਸ ਕੋਠੀ ਦੇ ਵਿੱਚ ਲੋਕੇਸ਼ਨ ਆ ਰਹੀ ਹੈ, ਉਹ ਬੀਬੀ ਦੀ ਇਸ ਕੋਠੀ ਦੇ ਵਿੱਚ ਕਿੰਨੀ ਦੇਰ ਤੋਂ ਲੋਕੇਸ਼ਨ ਆ ਰਹੀ ਹੈ, ਔਰ ਤੁਸੀਂ ਉਹਦਾ ਜਿਹੜਾ ਸਟਾਫ ਹੈ ਉਹਦੀ ਕਿੰਨੀ ਦੇਰ ਤੋਂ ਜਿਹੜੀ ਇੱਥੇ ਲੋਕੇਸ਼ਨ ਆ ਰਹੀ ਹੈ, ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਵੀ ਉਹ ਬੀਬੀ ਕਿੰਨੀ ਦੇਰ ਤੋਂ ਰਹਿ ਰਹੀ ਹੈ। ਸੋ ਸੱਦੇ ਆਪਾਂ ਗੋਰਿਆਂ ਨੂੰ ਦਿੰਨੇ ਆ, ਪਰ ਇਹਨਾਂ ਲੋਕਾਂ ਦੀ ਬਾਂਹ ਹੀ ਫੜ ਲਈਏ ਜਿਹੜੇ ਇੱਥੇ ਗੋਰਿਆਂ ਕੋਲ ਆ ਕੇ ਆਪਣਾ ਕੰਮਕਾਰ ਕਰਦੇ ਨੇ। ਗੋਰੇ ਬਾਅਦ ਚੋਂ ਆਉਂਦੇ ਰਹਿਣਗੇ, ਪਹਿਲਾਂ ਆਪਾਂ ਇਹਨਾਂ ਦੀ ਬਾਂਹ ਤੇ ਫੜੀਏ। ਸੋ ਮੈਂ ਤੁਹਾਨੂੰ ਕਹੂੰਗਾ ਕਿ ਬੇਹਿਸਾਬ ਹਸਰ ਤੇ ਨਾ ਪਾਲੀਏ, ਬੇਹਿਸਾਬ ਹਸਰ ਤੇ ਨਾ ਪਾਲੀਏ, ਜੋ ਮਿਲਾ ਹੈ ਉसी को ਸੰਭਾਲੀਏ। ਆਪਾਂ ਇਹਨਾਂ ਲੋਕਾਂ ਨੂੰ ਤੇ ਸੰਭਾਲ ਲਈਏ। ਸੋ ਮੇਰੀ ਤੁਹਾਨੂੰ ਰਿਕੁਐਸਟ ਹੈ ਮਾਨ ਸਾਹਿਬ, ਮੈਂ ਕੋ ਗਰਮ ਬੋਲ ਕੇ 4 ਗਾਲਾਂ ਕੱਢ ਕੇ ਸਰਕਾਰ ਨੂੰ, ਮੇਰਾ ਤਾਂ ਕੁਝ ਨਹੀਂ ਜਾਣਾ। ਇਹਨਾਂ ਲੋਕਾਂ ਦਾ ਮੈਂ ਮਸਲਾ ਖਰਾਬ ਨਹੀਂ ਕਰਨਾ ਚਾਹੁੰਦਾ, ਉਹਨੂੰ ਮੈਂ ਹੋਰ ਨਹੀਂ ਉਲਝਾਉਣਾ ਚਾਹੁੰਦਾ। ਮੈਂ ਤੁਹਾਨੂੰ ਬੜੀ ਨਿਮਰਤਾ ਦੇ ਨਾਲ ਰਿਕੁਐਸਟ ਕਰ ਰਿਹਾ ਕਿ ਇਹਨਾਂ ਨੇ ਮੈਨੂੰ ਵੀ ਬੜੀ ਆਸ ਨਾਲ ਸੱਦਿਆ, ਔਰ ਤੁਹਾਡੇ ਵੱਲ ਵੀ ਬੜੀ ਆਸ ਦੇ ਨਾਲੇ ਨਿਗਾਹ ਲਾ ਕੇ ਗੱਡੇ ਨੇ। ਲੱਖ ਇਹਨਾਂ ਦੇ ਮਨ ਦੇ ਵਿੱਚ 20 ਗੱਲਾਂ ਸੀ, ਪਰ ਇੱਕ ਗੱਲ ਇਹਨਾਂ ਵੀ ਐਡਮਿਟ ਕੀਤੀ ਹੈ ਕਿ ਹਾਂ ਯਾਰ ਸੀਐਮ ਦੇ ਉੱਤੇ ਦੋਸ਼ ਨਹੀਂ ਹੈਗਾ, ਕੋਈ ਇਮਾਨਦਾਰ ਹੈ। ਔਰ ਮੈਂ ਵੀ ਇਹਨਾਂ ਨੂੰ ਇੱਕ ਗੱਲ ਫਖਰ ਦੇ ਨਾਲ ਕਹੀ ਹੈ, ਤੇ ਸੋ ਫਖਰ ਇਹਨਾਂ ਦਾ ਬਣਿਆ ਵੀ ਰਹਿਣਾ ਚਾਹੀਦਾ ਕਿ ਜੇ ਤੁਹਾਡੀ ਕੋਠੀ ਕਿਸੇ ਪਿਛਲੀਆਂ ਸਰਕਾਰਾਂ ਦੇ ਐਮਐਲਏ ਨੇ ਦੱਬੀ ਹੁੰਦੀ, ਚਾਹੇ ਉਹ ਅਕਾਲੀ ਸੀਗਾ ਚਾਹੇ ਕਾਂਗਰਸੀ ਸੀਗਾ, ਤੇ ਹੋ ਸਕਦਾ ਉੱਥੇ ਤੁਹਾਡੀਆਂ ਜਨਾਨੀਆਂ ਤੇ ਵੀ ਪਰਚੇ ਹੋ ਜਾਂਦੇ। ਜੇ ਤੁਹਾਨੂੰ ਇਨਸਾਫ ਮਿਲ ਸਕਦਾ ਤੇ ਮੇਰੇ ਖਿਆਲ ਦੇ ਵਿੱਚ ਭਗਵੰਤ ਮਾਨ ਜਿਹੜਾ ਤੁਹਾਨੂੰ ਉਸ ਇਨਸਾਫ ਜ਼ਰੂਰ ਦਊਗਾ। ਪਰ ਅਖੀਰ ਦੇ ਵਿੱਚ ਮੈਂ ਤੁਹਾਨੂੰ ਫੇਰ ਇਹ ਕਹਿ ਕੇ ਬੇਨਤੀ ਕਰਨ ਲੱਗਾ ਕਿ ਤੱਕੜੀ 'ਚ ਤੋਲੋ, ਬਰਾਬਰ ਤੋਲਿਓ। ਇਹਨਾਂ ਦੇ ਨਾਲ ਜੇ ਧੱਕਾ ਹੋ ਰਿਹਾ ਤੇ ਜਿਹੜਾ ਵੀ ਅਫਸਰ ਉਹਦੇ ਵਿੱਚ ਇਨਵੋਲਵ ਹੈ, ਚਾਹੇ ਉਹ ਐਸਡੀਐਮ ਹੈ, ਚਾਹੇ ਉਹ ਤਹਿਸੀਲਦਾਰ ਹੈ, ਚਾਹੇ ਉਹ ਪਟਵਾਰੀ ਹੈ, ਚਾਹੇ ਉਹ ਪੁਲਿਸ ਵਾਲਾ ਜਿੰਨੇ ਇਹਨਾਂ ਦੀ ਸੁਣਵਾਈ ਨਹੀਂ ਕੀਤੀ ਐਮਐਲਏ ਦੇ ਪ੍ਰੈਸ਼ਰ ਦੇ ਵਿੱਚ ਆ ਕੇ, ਜਿੰਨੇ ਫਰਦਾਂ ਬਦਲੀਆਂ ਨੇ, ਉਹਨਾਂ ਦੇ ਉੱਤੇ 420 ਦਾ ਪਰਚਾ ਦਰਜ ਕਰੋ। ਜੇ ਤੁਸੀਂ ਨਹੀਂ ਕਰੋਗੇ ਤੇ ਮੈਂ ਇਹ ਕਹਿ ਕੇ ਤੁਹਾਨੂੰ ਸਮਾਪਤੀ ਕਰਨ ਲੱਗਾ ਕਿ लश्कर भी तुम्हारा है, लश्कर भी तुम्हारा है भगवंत मान जी, लश्कर भी तुम्हारा है, सरदार भी तुम्हारा है। तुम झूठ को सच लिख दो, अखबार भी तुम्हारा है। धन्यवाद जी।